ਨੰਗਲ ਦੇ ਕਰੀਬੀ ਪਿੰਡ ਨਾਨਗਰਾ ਵਿਖੇ ਬੀਤੀ 21 ਮਾਰਚ ਨੂੰ ਇੱਕ ਦੁਕਾਨ ਉੱਤੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰਾਂ ਵੱਲੋਂ ਰਾਤ ਦੇ ਸਮੇਂ ਸੰਨ ਲਗਾ ਕੇ ਲੱਖਾਂ ਰੁਪਏ ਦੀਆਂ ਇਨਵਰਟਰ ਦੀਆਂ ਬੈਟਰੀਆਂ ਚੋਰੀ ਕਰ ਲਈ ਗਈਆਂ ਸਨ, ਜਿਸ ਤੋਂ ਬਾਅਦ ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਇਸ ਸਬੰਧ ਦੇ ਵਿੱਚ ਸ਼ਿਕਾਇਤ ਦਿੱਤੀ ਗਈ। ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਚੋਰਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਦੇ ਚੱਲਦੇ ਹੋਏ ਦੁਕਾਨਦਾਰ ਵੱਲੋਂ ਅੱਜ ਨੰਗਲ ਪੁਲਿਸ ਚੌਂਕੀ ਉੱਤੇ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਅਜੇ ਤੱਕ ਚੋਰਾਂ ਨੂੰ ਪਕੜਿਆ ਨਹੀਂ ਗਿਆ ਅਤੇ ਪੁਲਿਸ ਉੱਤੇ ਆਰੋਪ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ। ਜਦੋਂ ਇਸ ਸਬੰਧ ਦੇ ਵਿੱਚ ਪੰਜਾਬ ਟੀਵੀ ਪ੍ਰਾਈਮ ਦੀ ਟੀਮ ਵੱਲੋਂ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਕਲਮਾ ਚੌਕੀ ਦੇ ਵਿੱਚ ਕੁਝ ਆਰੋਪੀ ਗ੍ਰਿਫਤਾਰ ਕੀਤੇ ਗਏ ਸਨ ਤੇ ਉਹਨਾਂ ਆਰੋਪੀਆਂ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲਿਆ ਕੇ ਜਾਂਚ ਕੀਤੀ ਜਾਵੇਗੀ ਅਤੇ ਇਸ ਸਬੰਧ ਦੇ ਵਿੱਚ ਆਲਰੇਡੀ ਮਾਮਲਾ ਦਰਜ ਹੋ ਚੁੱਕਿਆ ਹੈ। ਉੱਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਜੇਕਰ 5 ਤਰੀਕ ਤੱਕ ਪੁਲਿਸ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਵੱਲੋਂ ਨਾਨਗਰਾ ਰੋਡ ਉੱਤੇ ਧਰਨਾ ਲਗਾ ਦਿੱਤਾ ਜਾਵੇਗਾ ਤੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਚੌਂਕੀ ਇਸ ਕਰਕੇ ਪੁੱਜਣਾ ਪੈ ਗਿਆ ਭਾਜੀ ਕਿਉਂ ਚੋਰੀ ਹੋਈ ਨੂੰ ਤਕਰੀਬਨ 12 ਦਿਨ ਹੋ ਚੁੱਕੇ ਆ। ਪੁਲਿਸ ਵੱਲੋਂ ਕੋਈ ਵੀ ਜਿਨ੍ਹਾਂ ਦੇ ਸ਼ੱਕੀ ਨੰਬਰ ਦਿੱਤੇ ਉਹਦੀ ਕੋਈ ਪੁੱਛਗਿੱਛ ਨਹੀਂ ਹੋਈ ਹੈਗੀ, ਨਾ ਹੀ ਕਿਸੇ ਨੂੰ ਥਾਣੇ ਬੁਲਾ ਕੇ ਜਾਂ ਚੌਂਕੀ ਬੁਲਾ ਕੇ ਕਿਸੇ ਤੋਂ ਕੋਈ ਪੁੱਛਗਿੱਛ ਕੀਤੀ ਹੈ ਵੀ ਤੁਸੀਂ ਗਲਤ ਟਾਈਮਿੰਗ ਸਾਨੂੰ ਦੱਸੀ ਹੈ। ਤੇ ਤਕਰੀਬਨ 12 ਦਿਨਾਂ ਦੇ ਵਿੱਚ ਅਸੀਂ ਆਪਣੇ ਲੈਵਲ ਤੇ ਸਾਰਾ ਕੰਮ ਕੀਤਾ, ਫੁਟੇਜ ਚੈੱਕ ਕੀਤੀ ਕੈਮਰਿਆਂ ਦੀਆਂ, ਬਟ ਪੁਲਿਸ ਦੇ ਜੋ ਵੀ ਪ੍ਰਸ਼ਾਸਨ ਹੈ ਪੁਲਿਸ ਹੈਗਾ ਇਹਨਾਂ ਨੇ ਇੱਕ ਦਿਨ ਵੀ ਸਾਡੇ ਕੋਲ ਆ ਕੇ ਨਹੀਂ ਕੀਤਾ ਵੀ ਚਲੋ ਆਪਾਂ ਵਰਕ ਕਰਦੇ ਹਾਂ ਤੁਹਾਡੇ ਇਸ ਮੈਟਰ ਤੇ। ਸੋ ਇਸ ਕਰਕੇ ਸਾਨੂੰ ਅੱਜ ਜਿਹੜਾ ਉਹ ਚੌਂਕੀ ਇੱਥੇ ਪੁੱਜਣਾ ਪਿਆ। ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ। ਆਉਣ ਵਾਲੇ ਦਿਨ ਦੇ ਵਿੱਚ ਇਹਨਾਂ ਨੇ ਸਾਨੂੰ ਹੁਣ 5 ਤਰੀਕ ਦਿੱਤੀ ਹੈ। ਜੇ 5 ਤਰੀਕ ਤੱਕ ਇਹ ਕੋਈ ਕਾਰਵਾਈ ਨਹੀਂ ਕਰਦੇ ਜਾਂ ਇਹਨਾਂ ਨੂੰ ਰਿਮਾਂਡ ਤੇ ਮੁੰਡਿਆਂ ਨੂੰ ਨਹੀਂ ਲੈਂਦੇ ਜਿਹੜੇ ਸ਼ੱਕੀ ਇਹਨਾਂ ਨੂੰ ਫੜੇ ਹੋਏ ਆ, ਤਾਂ ਆਉਣ ਵਾਲੇ ਦਿਨ ਦੇ ਵਿੱਚ ਜੋ ਇਹਦੀ ਡੇਟ ਦਿੱਤੀ ਹੈ ਉਸ ਤੋਂ ਬਾਅਦ ਆਪਾਂ ਆਪਣਾ ਜਿਹੜਾ ਹੈ ਉਹ ਪ੍ਰੋਟੈਸਟ ਕਰਾਂਗੇ। ਅਸੀਂ ਪ੍ਰੋਟੈਸਟ ਇਸ ਤਰੀਕੇ ਨਾਲ ਕਰਾਂਗੇ, ਅਸੀਂ ਚੱਕਾ ਜਾਮ ਵੀ ਕਰ ਸਕਦੇ ਹਾਂ, ਠੀਕ ਹੈ। ਅਣਮਿੱਥੇ ਸਮੇਂ ਲਈ ਵੀ ਪਹਿਲਾਂ ਤਾਂ ਇੱਕ ਦਿਨ ਲਈ ਕਰਾਂਗੇ, ਜੇ ਇੱਕ ਦਿਨ ਦੇ ਚੱਕੇ ਜਾਮ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਅਸੀਂ ਦੁਬਾਰਾ ਅਣਮਿੱਥੇ ਸਮੇਂ ਲਈ ਜੋ ਹੈ ਚੱਕਾ ਜਾਮ ਕਰਾਂਗੇ ਜੀ। ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਲਗਾਤਾਰ। ਬਿਲਕੁਲ ਜੀ, ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹੈ। ਕੋਈ ਗੁਰਦੁਆਰਿਆਂ ਵਿੱਚ ਚੋਰੀ ਹੋ ਰਹੀ, ਦੁਕਾਨਾਂ ਤੇ ਚੋਰੀ ਹੋ ਰਹੀ ਹੈ, ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹੈ, ਪਰ ਪੁਲਿਸ ਪ੍ਰਸ਼ਾਸਨ ਇਸ ਵਿੱਚ ਬਿਲਕੁਲ ਹੀ ਨਾਕਾਮ ਦਿਖ ਰਿਹਾ ਹੈ ਜੀ। ਕਿਵੇਂ ਨਕੇਲ ਪਾਈ ਜਾ ਸਕਦੀ? ਨਕੇਲ ਤਾਂ ਹੁਣ ਦੇਖੋ ਜੀ, ਇਹ ਤਾਂ ਹੁਣ ਪੁਲਿਸ ਹੀ ਜਾਣ ਸਕਦੀ ਹੈ, ਠੀਕ ਹੈ ਨਾ ਜੀ। ਸੋ ਸਾਰੇ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਆ ਵੀ ਪੁਲਿਸ ਹੀ ਕੰਮ ਕਰ ਸਕਦੀ ਹੈ, ਹੋਰ ਕੋਈ ਆਮ ਬੰਦਾ ਜਾ ਕੇ ਕੰਮ ਨਹੀਂ ਕਰ ਸਕਦਾ ਜਿਹਦੇ ਵਿੱਚ। ਕਮਲਦੀਪ ਸਿੰਘ ਜੀ, ਨਾਨਗਰਾ ਜੀ। 21 ਤਰੀਕ ਨੂੰ ਚੋਰੀ ਹੋਈ ਸੀ ਦੁਕਾਨ 'ਚ ਮੇਰੀ 'ਚ, ਤੇ ਬੈਟਰੀ ਇਨਵਰਟਰਾਂ ਦੀ ਦੁਕਾਨ ਹੈ ਮੇਰੀ। ਤੇ 21 ਤਰੀਕ ਨੂੰ ਸਵੇਰੇ ਤੜਕੇ ਆਪਾਂ ਸਾਰੇ ਕੈਮਰੇ ਚੈੱਕ ਕਰ ਲਿਆ ਹੁਣ ਤੱਕ। ਪਹਿਲੇ ਆਪਾਂ ਇੱਥੇ 22 ਤਰੀਕ ਨੂੰ 21 ਨੂੰ ਕਰਾਈ ਸੀ, 21 ਨੂੰ ਆਪਾਂ FIR ਦਰਜ ਕਰਾਤੀ ਸੀ ਇੱਥੇ। ਤੇ ਉਸ ਤੋਂ ਬਾਅਦ ਜਾ ਕੇ ਅਸੀਂ ਆਪਣੀ ਛਾਣਬੀਨ ਸਾਰੀ ਕੀਤੀ ਹੈ। ਅਸੀਂ ਜਾ ਕੇ ਸਾਰੇ ਕੈਮਰੇ ਚੈੱਕ ਕੀਤੇ ਜਿੱਥੇ ਜਿੱਥੇ ਕੈਮਰੇ ਲੱਗੇ ਹੋਏ ਸੀਗੇ। ਤੇ ਉਸ ਤੋਂ ਬਾਅਦ ਸਾਨੂੰ ਸਾਰੀਆਂ ਫੁਟੇਜਾਂ ਪਤਾ ਲੱਗ ਗਈਆਂ ਕਿੱਥੇ ਕਿੱਥੇ ਗੱਡੀ ਨਿਕਲੀ ਹੈਗੀ ਹੈ। ਟਰੱਕ ਹੈ ਵੱਡਾ 6 ਟਾਇਰੀ ਹੈ, LP ਗੱਡੀ ਹੈ, ਨਾਨਗਰਾ ਪੈਂਦੀ ਹੈਗੀ ਹੈ ਜੀ ਮਹਿਰਾ ਬਸਤੀ। ਉੱਥੋਂ ਗੱਡੀ ਨਿਕਲਦੀ ਹੈ 1:03 ਤੇ ਜੀ। ਉਸ ਤੋਂ ਬਾਅਦ 1:04 ਤੇ ਗੱਡੀ ਮੇਰੀ ਦੁਕਾਨ ਤੇ ਆ ਕੇ ਖੜ੍ਹ ਜਾਂਦੀ ਹੈ। 1:04 ਤੋਂ ਬਾਅਦ ਗੱਡੀ ਦੀਆਂ ਲਾਈਟਾਂ ਬੰਦ ਹੁੰਦੀਆਂ। ਉਸ ਤੋਂ ਬਾਅਦ ਇੱਕ ਮੋਟਰਸਾਈਕਲ ਅੱਗੇ ਤੋਂ ਲੰਘਦਾ ਹੈ ਤੇ ਉਸ ਤੋਂ ਬਾਅਦ 1:07 ਤੇ ਗੱਡੀ ਦੀਆਂ ਲਾਈਟਾਂ ਮਤਲਬ ਇੱਕ ਵਾਰ ਬਲ ਕੇ ਫਿਰ ਦੁਬਾਰਾ ਬੰਦ ਹੁੰਦੀਆਂ। ਤੇ ਸਾਰੀ ਜਿਹੜੀ ਚੋਰੀ ਹੈਗੀ ਹੈ 1:07 ਤੇ ਉਹਦੀ ਵਾਰਦਾਤ ਸ਼ੁਰੂ ਹੁੰਦੀ ਹੈ ਤੇ 1:47 ਤੱਕ ਸਾਰਾ ਕੰਮ ਚੱਲਦਾ ਹੈ। 1:47 ਤੇ ਫਿਰ ਲਾਈਟਾਂ ਗੱਡੀ ਦੀਆਂ ਬਲ ਜਾਂਦੀਆਂ ਤੇ ਉਸ ਤੋਂ ਬਾਅਦ ਨਾਨਗਰਾ ਚੌਂਕ ਦੇ ਵਿੱਚੋਂ ਗੱਡੀ ਮੁੜ ਕੇ ਜਾਂਦੀ ਹੈ। ਦੁਬਾਰੇ ਫਿਰ ਗੱਡੀ ਜਾ ਕੇ ਦੁਕਾਨ ਦੇ ਅੱਗੇ ਖੜ੍ਹਦੀ ਹੈ। ਉੱਥੇ ਜਾ ਕੇ ਫਿਰ 2-3 ਗੇੜੇ ਲੱਗਦੇ ਆ ਜੋ ਬੰਦੇ ਦਿਖਦੇ ਆ ਪਰਛਾਵੇਂ ਦੇ ਵਿੱਚ। ਤੇ ਉਸ ਤੋਂ ਬਾਅਦ 1:52 ਤੇ ਗੱਡੀ ਉੱਥੋਂ ਚੱਲਦੀ ਹੈ ਤੇ ਦੋਨੋਂ ਪੈਟਰੋਲ ਪੰਪ ਜੋ ਨਾਨਗਰਾ ਦੇ ਮੇਰੀ ਦੁਕਾਨ ਤੋਂ ਲਗਭਗ 1 ਕਿਲੋਮੀਟਰ ਦੇ ਵਿੱਚ ਪੈਂਦੇ ਆ, ਉਹ ਦੋਨੇ ਪੰਪਾਂ ਦੇ ਉੱਤੇ ਗੱਡੀ ਕ੍ਰੋਸ ਹੋਈ ਹੈ। ਉਸ ਤੋਂ ਬਾਅਦ ਅੱਗੇ ਕਿਸੇ ਵੀ ਕੈਮਰੇ ਦੇ ਵਿੱਚ ਗੱਡੀ ਨਹੀਂ ਆਈ ਹੈਗੀ। ਇਹਦਾ ਮਤਲਬ ਹੈ ਕਿ ਜੋ ਲੋਕਲ ਪਿੰਡ ਪੈਂਦੇ ਹੈਗੇ ਗੱਡੀ ਉੱਥੇ ਹੀ ਬੜੀ ਹੈ ਜਾ ਕੇ। ਤੇ ਅਸੀਂ ਆਲੇ ਦੁਆਲੇ ਦੇ ਕੈਮਰੇ ਵੀ ਸਾਰੇ ਚੈੱਕ ਕੀਤੇ ਹੈ, ਕ੍ਰੈਸ਼ਰਾਂ ਵੱਲ ਗੱਡੀ ਨਹੀਂ ਗਈ ਹੈਗੀ ਹੈ। ਇਸ ਦੀ ਸਾਰੀ ਜਾਣਕਾਰੀ ਆਪਾਂ ਪੁਲਿਸ ਨੂੰ ਹੁਣ ਤੱਕ ਸਾਰੀ ਦੇ ਦਿੱਤੀ ਹੈ, ਜੋ ਅਸੀਂ ਆਪਣੇ ਵੱਲੋਂ ਸਾਰੀ ਹੁਣ ਤੱਕ ਅਸੀਂ ਜੋ ਕਾਰਵਾਈ ਕੀਤੀ ਹੈ ਸਾਰੀ। ਪਰ ਉਸ ਦੇ ਬਾਵਜੂਦ ਵੀ ਪੁਲਿਸ ਹੁਣ ਤੱਕ ਅੱਜ 12 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ, ਕੁਛ ਨਹੀਂ ਹੋਈ ਹੈਗੀ ਹੈ, ਨਾ ਬੰਦਿਆਂ ਪ੍ਰਤੀ ਹੋਈ ਹੈਗੀ ਹੈ, ਨਾ ਕੋਈ ਆ ਕੇ ਕੈਮਰੇ ਚੈੱਕ ਕੀਤੇ ਹੈ। ਤੇ ਬਸ ਸਾਤੋਂ ਨੰਬਰ ਲਈ ਜਾਂਦੇ, ਸ਼ੱਕੀ ਨੰਬਰ ਜੋ ਹੈਗੇ ਸੀ ਸਾਰੇ ਦਿੱਤੇ ਹੁਣ ਤੱਕ ਤੇ ਕੋਈ ਕਿਸੇ ਵੀ ਬੰਦੇ ਪਰ ਕਾਰਵਾਈ ਨਹੀਂ ਹੈ, ਨਾ ਕਿਸੇ ਬੰਦੇ ਨੂੰ ਹੁਣ ਤੱਕ ਫੋਨ ਕੀਤਾ ਹੈ ਜੋ ਸ਼ੱਕੀ ਨੰਬਰ ਦਿੱਤੇ ਹੈ, ਨਾ ਉਹਨਾਂ ਦੀ ਕੋਈ ਕਾਲ ਡਿਟੇਲ ਕਢਾਈ ਹੈ ਹੁਣ ਤੱਕ। ਇਸੇ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਕੋਲ ਆਏ ਹਾਂ ਇੱਥੇ ਚੌਂਕੀ ਦੇ ਵਿੱਚ
ਵੀ ਕੋਈ ਅੱਗੇ ਕਾਰਵਾਈ ਕਰਨੀ ਹੈ ਤਾਂ ਵੀ ਦੱਸੋ, ਨਹੀਂ ਫਿਰ ਆਪਾਂ ਆਪਣੇ ਲੈਵਲ ਤੇ ਫਿਰ ਚੱਕਾ ਜਾਮ ਕਰਾਂਗੇ, ਆਪਾਂ ਰੋਡ ਜਾਮ ਕਰਾਂਗੇ ਫਿਰ। ਅੱਜ ਕਿਉਂਕਿ ਤੁਹਾਨੂੰ ਕੀ ਬੋਲਿਆ ਇਹਨਾਂ ਨੇ? ਅੱਜ ਹੁਣ ਕਿਹਾ ਹੈ ਕਿ ਸ਼ੱਕੀ ਬੰਦੇ ਕਲਮਾ ਚੌਂਕੀ ਵਾਲਿਆਂ ਨੇ, ਨੂਰਪੁਰ ਵਾਲਿਆਂ ਨੇ ਫੜੇ ਹੋਏ ਸੀਗੇ 3 ਬੰਦੇ, ਤੇ ਉਹ ਵੀ ਬੈਟਰੀਆਂ ਚੋਰੀ ਕਰਦੇ ਸੀਗੇ, ਤੇ ਉਹਨਾਂ ਦਾ ਹੁਣ 5 ਤਰੀਕ ਨੂੰ ਕਹਿੰਦੇ ਆ ਵੀ ਆਪਾਂ ਰਿਮਾਂਡ ਲੈਣਾ ਹੈ, ਤੇ ਉਸ ਤੋਂ ਬਾਅਦ ਕਹਿੰਦੇ ਫਿਰ ਦੱਸਦੇ ਕੀ ਕਾਰਵਾਈ ਹੁੰਦੀ ਹੈ। ਪਰ ਉਸ ਤੋਂ ਪਹਿਲਾਂ ਉਹ 3 ਬੰਦੇ ਜਿਹੜੇ ਫੜੇ ਹੋਏ ਆ, ਉਹਨਾਂ ਨੇ ਜਿੱਥੇ ਬੈਟਰੀਆਂ ਵੇਚੀਆਂ ਉਹ ਬੰਦਿਆਂ ਦੇ ਸਾਰੇ ਨਾਮ ਦੱਸਦੇ, ਪੂਰੀ ਡਿਟੇਲ ਦੱਸਦੀ ਹੈ। ਉਸ ਬੰਦੇ ਉੱਪਰ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਨਾ ਉਸ ਬਾਰੇ ਹੁਣ ਤੱਕ ਦੱਸਿਆ ਗਿਆ ਵੀ ਕੌਣ ਬੰਦਾ ਹੈ, ਵੀ ਫੜਿਆ ਜਾਂ ਨਹੀਂ ਫੜਿਆ ਹੈਗਾ। ਉਹ ਸਾਰੀਆਂ ਬੈਟਰੀਆਂ ਉੱਥੇ ਵੇਚਦੇ ਸੀਗੇ ਜਾ ਕੇ। ਉਸ ਤੋਂ ਬਾਅਦ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਕਿੰਨੇ ਦਿਨ ਦਾ ਤੁਸੀਂ ਇਹਨਾਂ ਨੂੰ ਅਲਟੀਮੇਟ ਦਿੰਦੇ ਹੋ ਤੇ ਇੰਨੇ ਦਿਨ ਤੇ ਫਿਰ ਅਸੀਂ? ਇਹਨਾਂ ਨੇ ਹੁਣ 5 ਤਰੀਕ ਸਾਨੂੰ ਕਹੀਏ, 5 ਤਰੀਕ ਨੂੰ ਰਿਮਾਂਡ ਤੇ ਲੈਣੇ ਆ। ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਸਾਰੀ ਫੁਟੇਜ ਜੋ ਵੀ ਹੈ ਕਿ ਟਾਈਮਿੰਗ ਸਾਰੀ ਨੋਟ ਕਰਾਤੀ ਹੈ। ਸਿਰਫ ਇੱਕ ਐਕਸਿਸ ਬੈਂਕ ਦੀ ਦਿਨ ਦੀ ਟਾਈਮਿੰਗ ਹੈ ਵੀ ਉਸ ਟਾਈਮ ਗੱਡੀ ਪਿੰਡ ਦੇ ਵਿੱਚ ਬੜੀ ਹੈ, ਕਿਉਂਕਿ ਉਸ ਪਿੰਡ ਦੇ ਵਿੱਚ ਕੋਈ ਹੋਰ ਰਸਤਾ ਨਹੀਂ ਹੈ ਵੀ ਜਿੱਥੋਂ ਗੱਡੀ ਆ ਸਕਦੀ ਹੈ ਪਿੰਡ ਦੇ ਵਿੱਚ, ਉਸੇ ਰਸਤੇ 'ਚ ਜਾਊਗੀ, ਉਸੇ ਰਸਤੇ ਵਾਪਸ ਨਿਕਲੀ ਹੈ। ਤੇ ਹੁਣ ਇਹਨਾਂ ਨੂੰ ਆਪਾਂ ਉਹ ਕਿਹਾ ਵੀ ਇੱਕ ਵਾਰ ਉਹ ਆ ਕੇ ਕੈਮਰੇ ਚੈੱਕ ਕਰੋ, ਅੱਜ ਬੈਂਕ ਬੰਦ ਹੈ ਤੇ ਕੱਲ ਆਉਣਗੇ, ਤੇ ਹਜੇ ਤੱਕ ਇਹਨਾਂ ਨੇ ਕਿਹਾ ਨਹੀਂ ਹੈ ਵੀ ਆਉਣਗੇ। ਦੇਖੋ ਹੁਣ ਆਉਂਦੇ ਆ ਤਾਂ ਉੱਥੋਂ ਦੀ ਫੁਟੇਜ ਕਢਾ ਕੇ ਉਹ ਚੈੱਕ ਕਰਨਗੇ ਵੀ ਗੱਡੀ ਆਉਂਦੀ। ਉਸ ਤੋਂ ਬਾਅਦ ਇਹਨਾਂ 5 ਤਰੀਕ ਦਾ ਸਾਨੂੰ ਟਾਈਮ ਦਿੱਤਾ ਹੈ। ਇਲਾਕੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਰਹੀਆਂ, ਤੁਹਾਨੂੰ ਕੀ ਲੱਗਦਾ ਹੈ ਵੀ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਜਾਂ ਕਿਸ ਤਰ੍ਹਾਂ ਇਹ ਲਾਈਨ ਜਿਹੜੇ ਮਤਲਬ ਮਾਹੌਲ ਹੈ ਕਿਸ ਤਰ੍ਹਾਂ ਦਾ ਹੈ? ਭਾਜੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਕਾਫੀ ਚੋਰੀਆਂ ਪਹਿਲਾਂ ਵੀ ਨਾਨਕਰਾਂ 'ਚ ਹੋ ਚੁੱਕੀਆਂ ਜੀ, ਠੀਕ ਹੈ। ਦਿਨ ਦੁਪਹਿਰੇ ਮਤਲਬ ਸਮਾਨ ਚੱਕ ਰਹੇ ਹੈ, ਇੱਕ ਮੋਜੋਵਾਲ ਤੋਂ ਬੰਦੇ ਦਾ ਕੰਡਾ ਲੈ ਕੇ ਚੱਕ ਕੇ, ਉਹਦੀ ਕੋਈ ਕਾਰਵਾਈ ਨਹੀਂ ਹੈਗੀ ਹੈ। ਤੇ ਮਤਲਬ ਜੋ ਵੀ ਇਹ ਨਸ਼ੇ ਵਾਲੇ ਹੈਗੇ ਆ, ਨਸ਼ੇੜੀ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਹੁਣ ਇਹ ਮਤਲਬ ਪਹਿਲਾਂ ਹੁੰਦਾ ਸੀ ਚੋਰੀਆਂ ਰਾਤ ਨੂੰ ਹੁੰਦੀਆਂ, ਹੁਣ ਤਾਂ ਦਿਨ ਦੁਪਹਿਰੇ ਚੋਰੀਆਂ ਹੋਣ ਲੱਗ ਪਈਆਂ। ਦਿਨਾਂ ਨੂੰ ਸਮਾਨ ਬਾਹਰੋਂ ਦੁਕਾਨਾਂ ਤੋਂ ਚੱਕੀ ਜਾਂਦੇ ਆ, ਤੇ ਉਸ ਤੋਂ ਬਾਅਦ ਕੁਝ ਵੀ ਪਤਾ ਨਹੀਂ ਲੱਗਦਾ। ਹੁਣ ਕੱਲ੍ਹ ਦੀ ਇੱਕ ਵਾਰਦਾਤ ਹੈਗੀ ਹੈ, ਦਯਾਪੁਰ ਪਿੰਡ ਦੀ ਹੈ, ਉਹ ਦਿਨ ਦੁਪਹਿਰੇ ਮੁੰਡੇ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਆ, ਤੇ ਉਹ ਵੀ ਕਿਸੇ ਕੈਮਰੇ ਦੇ ਵਿੱਚ ਹੁਣ ਨੰਬਰ ਨਹੀਂ ਆਉਂਦਾ, ਸਪੀਡ ਬਹੁਤ ਹੁੰਦੀ ਹੈਗੀ ਹੈ। ਇਸ ਕਰਕੇ ਮਤਲਬ ਕਿ ਪੁਲਿਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਗੀ ਹੈ। ਤੁਹਾਡਾ ਕਿੰਨਾ ਕੁ ਨੁਕਸਾਨ ਹੈ? ਮੇਰਾ ਅਪਰੋਕਸੀਮੇਟਲੀ 3.5 ਲੱਖ ਦਾ ਨੁਕਸਾਨ ਹੈ ਜੀ। ਅੱਜ ਪੂਰੇ 12 ਦਿਨ ਹੋ ਗਏ ਇਸ ਵਾਰਦਾਤ ਨੂੰ। ਇਲਾਕੇ ਦੇ ਵਿੱਚ ਦਿਨ ਪਰ ਦਿਨ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੈ ਉਹ ਵੱਧ ਰਹੀਆਂ। ਕੁਝ ਦਿਨ ਪਹਿਲਾਂ ਪਿੰਡ ਨਾਨਗਰਾਂ ਦੇ ਵਿੱਚ ਇੱਕ ਚੋਰੀ ਹੋਈ ਸੀ, ਜਿਹੜਾ ਨੁਕਸਾਨ ਹੈ ਬਹੁਤ ਵੱਡਾ ਦੁਕਾਨਦਾਰ ਨੂੰ ਹੋਇਆ ਸੀਗਾ। ਨਾਲ ਹੀ ਕਮਲਪ੍ਰੀਤ ਜੀ ਨਾਲ ਹੀ ਖੜੇ ਆ, ਜਿਸ ਸੰਬੰਧ ਵਿੱਚ ਅੱਜ ਅਸੀਂ, ਕਿਉਂਕਿ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਹੜੀਆਂ ਫੁਟੇਜ ਵਗੈਰਾ ਹੈ ਇਹਨਾਂ ਨੇ ਉਹ ਰਿਸੀਵ ਨਹੀਂ ਕੀਤੀਆਂ, ਜਿਸ ਸੰਬੰਧ ਵਿੱਚ ਅੱਜ ਚੌਂਕੀ ਇੰਚਾਰਜ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ। ਤੇ ਹੁਣ ਓਬਵੀਅਸ ਹੈ ਕਿ ਜਿਹੜਾ ਸਾਨੂੰ ਆਸ਼ਵਾਸਨ ਦਿੱਤਾ ਹੈ, ਕਹਿੰਦੇ ਆ ਕਿ ਜਲਦ ਤੋਂ ਜਲਦ ਜਿਹੜਾ ਦੋਸ਼ੀ ਹੈ ਉਹ ਅਸੀਂ ਫੜ ਕੇ ਲਿਆਵਾਂਗੇ। ਜਿੱਥੋਂ ਵੀ ਹੈ ਜਿਹੜੀ ਪੁੱਛ ਪੜਤਾਲ ਹੈ ਉਹ ਇਹਨਾਂ ਨੇ ਸ਼ਾਇਦ ਅੱਜ ਤੋਂ ਹੀ ਸ਼ੁਰੂ ਕਰੂੰਗੇ, ਪਹਿਲਾਂ ਸ਼ਾਂਤ ਬੈਠੇ ਸੀਗੇ। ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਇੰਨੇ ਦਿਨ ਹੋ ਗਏ ਕੋਈ ਕਾਰਵਾਈ ਨਹੀਂ ਅਜੇ ਕੀਤੀ, 5 ਤਰੀਕ ਤੱਕ ਦਾ ਟਾਈਮ ਵੀ ਦਿੱਤਾ ਹੈ, ਉਸ ਤੋਂ ਬਾਅਦ ਇਹਨਾਂ ਵੱਲੋਂ ਵੀ ਅਲਟੀਮੇਟ ਦਿੱਤਾ ਗਿਆ, ਧਰਨਾ ਵਗੈਰਾ ਦਿੱਤਾ ਗਿਆ। ਐਕਚੁਅਲੀ ਜਿਹੜਾ 5 ਤਰੀਕ ਦਾ ਟਾਈਮ ਹੈ ਉਹਦੇ ਵਿੱਚ ਕੁਝ ਚੋਰੀ ਦੇ ਕੇਸ ਵਿੱਚ ਕਿਤੇ ਹੋਰ ਚੋਰੀ ਹੋਈ ਸੀ। ਕਲਮਾ ਚੌਂਕੀ ਪੁਲਿਸ ਨੇ 3 ਦੋਸ਼ੀ ਫੜੇ ਹੋਏ, ਉਹ ਇਹਨਾਂ ਨੇ ਲੈ ਕੇ ਆਣੇ ਆ ਪ੍ਰੋਡਕਸ਼ਨ ਫਰੰਟ ਤੇ। ਬਾਈ ਚਾਂਸ 5 ਤਰੀਕ ਨੂੰ ਜੇਕਰ ਕੁਝ ਕਲਿਊ ਆਉਂਦਾ ਹੈ ਤਾਂ ਵੈਲ ਐਂਡ ਗੁੱਡ, ਨਹੀਂ ਤਾਂ ਜਿਹੜਾ ਆਪਣੀ ਸਾਡੀ ਪ੍ਰੋਸੀਡਿੰਗ ਹੈ ਉਹ ਅਸੀਂ ਤਾਂ ਇਹਨਾਂ ਦੇ ਨਾਲ ਹਮੇਸ਼ਾ ਨਾਲ ਖੜੇ ਆ। ਚੋਰੀ ਦੇ ਰਿਗਾਰਡਿੰਗ ਨਾ ਸਾਡੇ ਕੋਲ ਪਰਚਾ ਦਰਜ ਹੈ ਦੇਖੋ ਜੀ, ਤੇ ਜਿਹਨਾਂ ਬੰਦਿਆਂ ਤੇ ਸਾਨੂੰ ਸ਼ੱਕ ਆਉਂਦਾ ਸੀ ਪ੍ਰੋਟੈਕਸ਼ਨ ਵਾਰੰਟ ਵੀ ਜਾਰੀ ਕਰਾਇਆ ਕੋਰਟ ਤੋਂ, ਉਹਨਾਂ ਨੂੰ ਲਿਆ ਕੇ ਜੇਲ੍ਹ ਦੇ ਵਿੱਚੋਂ ਪੁੱਛਗਿੱਛ ਕਰਾਂਗੇ। ਤੇ ਹੋਰ ਵੀ ਜਿਹੜਾ ਕੋਈ ਸ਼ੱਕੀ ਬੰਦਾ ਸਾਡੀ ਨਿਗਾਹ ਦੇ ਵਿੱਚ ਆਉਂਦਾ ਤੇ ਉਹਨਾਂ ਨੂੰ ਵੀ ਬੁਲਾ ਕੇ ਇੱਥੇ ਆਪਾਂ ਪੁੱਛਗਿੱਛ ਕਰਾਂਗੇ। ਤੇ ਬਾਕੀ ਇਹਨਾਂ ਦੇ ਜੋ CDR ਵਗੈਰਾ ਅਸੀਂ ਪਾਈਆਂ ਤੇ CCTV ਵੀ ਚੈੱਕ ਕੀਤੇ ਆ, ਪਰ ਹਜੇ ਤੱਕ ਕੋਈ ਅਹਿਮ ਸੁਰਾਗ ਨਹੀਂ ਹੱਥ ਲੱਗਿਆ। ਪਰ ਹੁਣ CDR ਦੇ ਮਿਲਾਣ ਤੋਂ ਬਾਅਦ ਫਿਰ ਅੱਗੇ ਦੇਖਦੇ ਹਾਂ ਕੀ ਕਾਰਵਾਈ ਬਣਦੀ ਹੈ। ਅੱਜ ਇਹ ਪਹੁੰਚਿਆ, ਅੱਜ ਸੈਟੀਸਫਾਈ ਕੀਤਾ ਗਿਆ ਜੀ? ਬਿਲਕੁਲ ਜੀ, ਉਹਨਾਂ ਨੂੰ ਸਾਰੀ ਗੱਲ ਦੱਸੀ ਆ। ਜਿਹੜੇ ਕਿ ਉਹਨਾਂ ਨੇ ਮੈਨੂੰ 1-2 ਸ਼ੱਕੀ ਪਰਸਨ ਲਿਖਾਏ ਆ ਤੇ ਉਹਨਾਂ ਨੂੰ ਮੈਂ ਬੁਲਾ ਕੇ ਪੁੱਛਗਿੱਛ ਕਰਾਂਗਾ।